ਕਿ ਅੱਜ ਦੀਆਂ ਕੁਝ ਗੱਲਾਂ ਬਾਤਾਂ ਆਪਾਂ ਆਪਣੇ ਸਿਟੀ ਤੋਂ ਸ਼ੁਰੂ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲਈਏ ਜੀ ਪ੍ਰੋਫੈਸਰ ਸਾਹਿਬ, ਤੁਹਾਨੂੰ ਜੀ ਆਇਆਂ ਜੀ, ਸਵਾਗਤ। ਬਹੁਤ ਮਿਹਰਬਾਨੀ ਗਿੱਲ ਸਾਹਿਬ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਜ਼ਰੂਰੀ ਮਸਲਾ ਸੀਗਾ, ਜਿਹੜਾ ਸੈਂਸਸ ਵਾਲਾ, ਮਰਦਮਸ਼ੁਮਾਰੀ ਵਾਲਾ, ਅੱਜ ਆਖਰੀ ਦਿਨ ਆ, ਰਾਤ ਨੂੰ 12 ਵਜੇ ਤੱਕ ਸ਼ਾਇਦ ਤੁਸੀਂ ਉਹਨੂੰ ਅਪਲੋਡ ਕਰ ਸਕਦੇ ਹੋ। ਉਹਦੇ ਬਾਰੇ ਆਪਾਂ ਇੱਕ ਵਾਰੀ ਫੇਰ ਸਾਰੇ ਆਪਣੇ ਦੋਸਤਾਂ ਨੂੰ ਰਿਮਾਈਂਡ ਕਰਾ ਦਈਏ ਕਿ ਤੁਸੀਂ ਇਹ ਜ਼ਰੂਰੀ ਹੈ ਭਰਨੀ, ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਦੀ ਕੋਈ ਪੈਨਲਟੀ ਵੀ ਸਰਕਾਰ ਰੱਖ ਸਕਦੀ ਹੈ ਅਗਰ ਅਸੀਂ ਇਹਨੂੰ ਨਹੀਂ ਭਰਦੇ ਤਾਂ। ਸੋ ਚੰਗੀ ਗੱਲ ਤੇ ਹੈ ਕਿ ਆਪਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਚੰਗੇ ਸਿਟੀਜ਼ਨ ਹੋਣ ਕਰਕੇ ਆਪਾਂ ਸਾਰੇ ਜਾਣੇ ਜਿਹੜੀ ਇਹ ਸੈਂਸਸ ਦੀ ਡੇਟ ਦਿੱਤੀ ਹੋਈ ਆ, ਕੁਝ ਲੋਕਾਂ ਦਾ ਮੰਨਣਾ ਕਿ ਡੇਟ ਵਧਾ ਵੀ ਦੇਣ, ਸ਼ਾਇਦ ਵਧਾ ਦੇਣੀ ਚਾਹੀਦੀ ਆ ਕੁਝ ਦਿਨ, ਪਰ ਗਵਰਨਮੈਂਟ ਦੇ ਮੁਤਾਬਕ ਅੱਜ ਆਖਰੀ ਦਿਨ ਹੈ ਤੇ ਘਰਾਂ ਵਿੱਚ ਚਿੱਠੀਆਂ ਆਈਆਂ ਹੋਈਆਂ ਨੇ। ਉਹਦੇ ਵਿੱਚ ਸਾਨੂੰ ਜਿਹੜਾ ਇੱਕ ਕੋਡ ਦਿੱਤਾ ਹੋਇਆ ਜੀ ਆਪਣਾ, ਤੇ ਉਹ ਕੋਡ ਦੇ ਨੂੰ ਆਪਾਂ ਕਰਕੇ ਤੇ ਭਰ ਸਕਦੇ ਆ। ਅਗਰ ਜੇਕਰ ਕਿਤੇ ਉਹ ਚਿੱਠੀ ਤੁਹਾਨੂੰ ਨਹੀਂ ਮਿਲੀ ਜਾਂ ਚਿੱਠੀ ਉਹ ਕਿਤੇ ਮਿਸ ਹੋ ਗਈ ਆ, ਤੇ ਤੁਸੀਂ ਇੱਕ ਟੈਲੀਫੋਨ ਨੰਬਰ ਅਸੀਂ ਦੱਸ ਦਿੰਦੇ ਆ, ਉਹਦੇ ਤੇ ਕਾਲ ਕਰਕੇ ਉਹਨਾਂ ਕੋਲ ਆਪਣਾ ਐਡਰੈਸ ਦੱਸ ਕੇ ਉਹਨਾਂ ਨੂੰ ਆਫਿਸ ਨੂੰ ਤੇ ਆਪਣਾ ਪ੍ਰੋਵਿੰਸ ਤੇ ਆਪਣਾ ਕੰਪਲੀਟ ਘਰ ਦਾ ਐਡਰੈਸ ਦੱਸ ਕੇ ਜਿਹੜਾ ਕੋਡ ਹੈ ਉਹ ਤਾਂ ਤੁਸੀਂ ਲੈ ਸਕਦੇ ਹੋ। ਟੈਲੀਫੋਨ ਨੰਬਰ ਹੈ 1855340221 1855 ਟੈਲੀਫੋਨ ਨੰਬਰ ਹੈ ਜੀ। ਇਹ ਫ੍ਰੀ ਟੈਲੀਫੋਨ ਜਿਹੜੇ ਹੁੰਦੇ ਆ ਉਸ ਤਰ੍ਹਾਂ ਦਾ ਟੈਲੀਫੋਨ ਹੈ, ਤੇ ਤੁਸੀਂ ਇਹ ਡਿਪਾਰਟਮੈਂਟ ਨੂੰ ਕਾਲ ਕਰ ਲਓ ਹੁਣੇ। ਅਗਰ ਤੁਹਾਨੂੰ ਕੋਡ ਨਹੀਂ ਮਿਲਿਆ ਤਾਂ ਇਹ ਦੱਸਣਾ ਹੈ ਕਿ ਸਾਨੂੰ ਤੁਹਾਡੀ ਚਿੱਠੀ ਜਿਹੜੀ ਆ ਉਹ ਨਹੀਂ ਮਿਲੀ ਜਾਂ ਸਾਡੀ ਚਿੱਠੀ ਮਿਸਪਲੇਸ ਹੋ ਗਈ ਹੈ, ਤੇ ਉਹਨਾਂ ਨੇ ਤੁਹਾਡੇ ਕੋਲੋਂ ਐਡਰੈਸ ਪੁੱਛ ਕੇ ਤੁਹਾਨੂੰ ਦੁਬਾਰਾ ਤੁਹਾਡਾ ਕੋਡ ਦੇ ਦੇਣਾ ਹੈ। ਉਸ ਕੋਡ ਨੂੰ ਤੁਸੀਂ ਕਰਕੇ ਲੌਗਇਨ ਕਰ ਸਕਦੇ ਹੋ ਤੇ ਆਪਣਾ ਫਾਰਮ ਜਿਹੜਾ ਉਹ ਭਰ ਸਕਦੇ ਹੋ ਜੀ। ਪ੍ਰੋਫੈਸਰ ਸਾਹਿਬ, ਬਿਲਕੁਲ ਸਹੀ ਗੱਲ ਹੈ ਜੀ, ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਆ। ਦੇਖੋ, ਟਾਈਮ ਵਧਾਉਂਦੇ ਆ ਜਾਂ ਨਹੀਂ ਵਧਾਉਂਦੇ ਇਹ ਅਗਲੀ ਗੱਲ ਹੈਗੀ ਆ, ਤੇ ਸਭ ਤੋਂ ਪਹਿਲੀ ਤਾਂ ਗੱਲ ਇਹ ਹੈਗੀ ਆ ਕਿ ਇਹ ਚਿੱਠੀ ਜਿਹੜੀ ਆ ਉਹ ਕਈ ਦਿਨਾਂ ਦੀ ਜਾਰੀ ਹੋਈ ਆ, ਔਰ ਅੱਜ ਦਾ ਦਿਨ ਯਾਨੀ 11 ਮਈ ਦਾ ਆਖਰੀ ਦਿਨ, ਆਖਰੀ ਸਮਾਂ ਜਿਹੜਾ ਉਹ ਦਿੱਤਾ ਗਿਆ। ਇਹ ਫਾਰਮ ਵੀ ਕੋਈ ਬਹੁਤਾ ਕੰਪਲਿਕੇਟਡ ਨਹੀਂ ਹੈ, ਇਹਦੇ 'ਚ ਕੋਈ ਬਹੁਤੀਆਂ ਗੁੰਝਲਾਂ ਨਹੀਂ, ਬੜਾ ਸਿੱਧਾ ਸਾਦਾ ਆ, ਜਿਹਦੇ ਵਿੱਚ ਤੁਹਾਡਾ ਨਾਂ, ਤੁਹਾਡੇ ਘਰ ਦੇ ਜੀ, ਤੁਹਾਡੀ ਉਮਰ ਵਗੈਰਾ ਜਿਹੜੀਆਂ ਇਸ ਕਿਸਮ ਦੀਆਂ ਸਧਾਰਨ ਗੱਲਾਂ ਹੈਗੀਆਂ, ਤੁਹਾਡਾ ਐਡਰੈਸ ਕੀ ਆ, ਫੋਨ ਨੰਬਰ ਕੀ ਆ। ਤੇ ਇਹਦੇ 'ਚ ਜਿਹੜੀ ਅਸੀਂ ਜ਼ੋਰ ਦੇ ਕੇ ਗੱਲ ਕੱਲ੍ਹ ਵੀ ਕਹੀ ਸੀਗੀ, ਜਾਂ ਹੋਰ ਦੋਸਤ ਵੀ ਕਹਿ ਰਹੇ ਆ, ਜਾਂ ਅੱਜ ਵੀ ਅਸੀਂ ਕਹਿਣਾ ਚਾਹੁੰਦੇ ਆ, ਭਈ ਜਿੱਥੇ ਲੈਂਗੁਏਜ ਆਉਂਦੀ ਆ ਨਾ, ਉਹਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈਗੀ ਆ ਕਿ ਤੁਸੀਂ ਇੰਗਲਿਸ਼ ਜਾਣਦੇ ਆ, ਤੁਹਾਡੀ ਮਤਲਬ ਇੰਗਲਿਸ਼ ਤੇ ਫਰੈਂਚ ਦੇ ਵਿੱਚ ਕੀ ਤੁਸੀਂ ਕੀਤਾ ਹੈਗਾ। ਉਹਦੇ ਵਿੱਚ 9, 10, 11 ਦੇ ਵਿੱਚ ਨਾ ਆਉਂਦਾ ਹੈਗਾ ਅਦਰ ਲੈਂਗੁਏਜ। ਅਦਰ ਜਿਹੜੀ ਹੈਗੀ ਆ, ਅਦਰ ਆਪਣੀ ਪੰਜਾਬੀ ਆ। ਸੋ ਇਹ ਪੰਜਾਬੀ ਜ਼ਰੂਰ ਆਪਾਂ ਭਰਨੀ ਆ। ਜਿਵੇਂ ਇਹ ਸੈਂਸਸ ਦੇ ਵਿੱਚ ਕਾਲਮ ਰੱਖਣ ਦਾ ਹੀ ਮਤਲਬ ਇਹ ਆ ਕਿ ਇਹਦੇ ਦੂਰ ਰਸ ਜਿਹੜੇ ਅਸਰ ਹੈਗੇ ਆ ਉਹ ਪੈਂਦੇ ਆ ਕਮਿਊਨਿਟੀ 'ਤੇ ਵੀ ਪੈਂਦੇ ਆ, ਜਿਹੜੀ ਪਾਪੂਲੇਸ਼ਨ ਹੈਗੀ ਆ ਕੰਟਰੀ ਦੀ ਉਹਦੇ 'ਤੇ ਵੀ ਪੈਂਦੇ ਆ, ਔਰ ਉਹਦੀ ਜਿਹੜੀ ਲੈਂਗੁਏਜ ਹੈਗੀ ਆ, ਖਾਸ ਕਰਕੇ ਪੰਜਾਬੀ ਕਮਿਊਨਿਟੀ ਜਦੋਂ ਇੰਨੀ ਗਿਣਤੀ ਵਿੱਚ ਇੱਥੇ ਆਈ ਆ ਤਾਂ ਉਹਦੇ ਲਈ ਇਹ ਲਾਜ਼ਮੀ ਆ, ਕਿਉਂਕਿ ਫਿਰ ਪੰਜਾਬੀ ਪੜ੍ਹਾਉਣ ਦਾ ਮਸਲਾ, ਪੰਜਾਬੀ ਸਮਝਣ ਦਾ ਮਸਲਾ, ਪੰਜਾਬੀ ਨੂੰ ਸਟੇਟਸ ਦੇਣ ਦਾ ਮਸਲਾ, ਉਹ ਅਸੀਂ ਗਿੱਲ ਸਾਹਿਬ ਤਾਂ ਹੀ ਕਰ ਸਕਦੇ ਹਾਂ, ਤਾਂ ਹੀ ਮੰਗ ਕਰ ਸਕਦੇ ਹਾਂ ਜੇ ਅਸੀਂ ਆਪ ਪਹਿਲਾਂ ਆਪਣਾ ਫਰਜ਼ ਅਦਾ ਕਰਦੇ ਹਾਂ। ਸੋ ਅੱਜ 11:59 ਤੱਕ, ਹੁਣ ਤੋਂ ਸਮਝ ਲਓ ਵੀ 4 ਘੰਟੇ ਤੱਕ ਵੀ ਤੁਸੀਂ ਇਹ ਜਿਹੜਾ ਫਾਰਮ ਆ ਭਰ ਸਕਦੇ ਆ। ਜਿੱਦਾਂ ਗਿੱਲ ਸਾਹਿਬ ਨੇ ਨੰਬਰ ਦੱਸਿਆ ਹੈਗਾ, ਉਹਦੇ 'ਤੇ ਤੁਸੀਂ ਫੋਨ ਕਰਕੇ, ਜਿਹੜੇ ਇੰਟਰਨੈਟ ਲਿਟਰੇਟ ਨਹੀਂ ਹੈਗੇ, ਜਿਹੜੇ ਇੰਟਰਨੈਟ ਅਵਲ ਤਾਂ ਇਹ ਆ ਵੀ ਜੇ ਆਪ ਨਹੀਂ ਤਾਂ ਕਈਆਂ ਦੇ ਬੱਚੇ ਜਿਹੜੇ ਹੈਗੇ ਆ ਉਹ ਇਹ ਕੰਮ ਕਰ ਸਕਦੇ ਆ। ਸੋ ਜੇ ਤਾਂ ਬੱਚਿਆਂ ਨੂੰ ਸਮਝਾ ਕੇ ਉਹਨਾਂ ਨੂੰ ਕਹਿ ਕੇ ਇਹ ਭਰਿਆ ਜਾ ਚੁੱਕਾ ਜਾਂ ਭਰਿਆ ਜਾ ਸਕਦਾ, ਫਿਰ ਤਾਂ ਬਹੁਤ ਵਧੀਆ ਗੱਲ ਆ। ਜੇ ਕੋਈ ਮੁਸ਼ਕਲ ਆ ਤਾਂ ਜਿਹੜਾ ਗਿੱਲ ਸਾਹਿਬ ਨੇ ਨੰਬਰ ਦੱਸਿਆ ਉਹਦੇ 'ਤੇ ਤੁਸੀਂ ਫੋਨ ਕਰੋ, ਗਿੱਲ ਸਾਹਿਬ ਉਹ ਨੰਬਰ ਰਿਪੀਟ ਵੀ ਕਰ ਦੇਣਗੇ। ਤੇ ਤੁਹਾਡੀ ਜਿਹੜੀ ਮਦਦ ਹੈਗੀ ਆ ਉਹ ਇਲੈਕਸ਼ਨ ਕੈਨੇਡਾ ਜਿਹੜਾ ਹੈਗਾ ਸੈਂਸਸ ਦਾ ਜਿਹੜਾ ਮਹਿਕਮਾ ਆ ਉਹ ਬੜਾ ਸਤਰਕ ਆ, ਔਰ ਬੜਾ ਵਧੀਆ ਸਟਾਫ ਉਹਨਾਂ ਨੇ ਲਾਇਆ ਹੈਗਾ, ਤੇ ਉਹ ਤੁਹਾਡੀ ਜਿਹੜੀ ਮਦਦ ਆ ਉਹ ਕਰ ਸਕਦੇ ਆ। ਤੇ ਅਖੀਰ ਦੇ ਵਿੱਚ ਪਰਫਾਰਮੇ ਬਾਰੇ ਇੱਕ ਤੁਸੀਂ ਟਿੱਪਣੀ ਜਿਹੜੀ ਆ ਉਹ ਲਿਖਣੀ ਹੈਗੀ ਆ, ਉਹ ਜ਼ਰੂਰ ਪੋਜ਼ਿਟਿਵ ਲਿਖਣੀ ਚਾਹੀਦੀ ਆ ਕਿ ਬਈ
ਇਹ ਸਹੀ ਗੱਲ ਆ। ਮੈਂ ਆਪ ਵੀ ਫਾਰਮ ਭਰਿਆ, ਗਿੱਲ ਸਾਹਿਬ ਨੇ ਵੀ ਭਰਿਆ ਬਈ ਇਹ ਬੜਾ ਸਿੰਪਲ ਆ ਔਰ ਇਹਦੇ ਚ ਭਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਹੈਗੀ ਜੀ ਗਿੱਲ ਸਾਹਿਬ। ਜੀ ਬਸ ਸਾਹਿਬ, ਇਸ ਤੋਂ ਬਾਅਦ ਆਪਾਂ ਦੂਜੀ ਜਿਹੜੀ ਖਬਰ ਹੈ ਜੀ ਉਹਦੇ ਤੇ ਗੱਲ ਕਰਨੀ ਚਾਹੁੰਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਜਿਹੜੀ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਵਿਡ-19 ਕਰਕੇ ਜਿਹੜੇ ਲੋਕ ਘਰ ਬੈਠੇ ਆ, ਜਿਹਨਾਂ ਕੋਲ ਜੌਬ ਹੈ ਨਹੀਂ ਗੀ, ਉਹਨਾਂ ਵਾਸਤੇ ਕੋਈ ਨਾ ਕੋਈ ਬੈਨੀਫਿਟ ਜਿਹੜੇ ਆ ਉਹ ਲਗਾਤਾਰ ਦੇ ਰਹੀ ਆ। ਤੇ ਕੁਝ ਲੋਕਾਂ ਨੇ ਦੋ ਐਡਰੈਸ ਦੇ ਕੇ ਜਾਂ ਗਲਤ ਤਰੀਕਿਆਂ ਨਾਲ ਵੀ ਉਹ ਬੈਨੀਫਿਟ ਜਿਹੜੇ ਆ ਉਹ ਹਾਸਲ ਕੀਤੇ ਆ। ਪਰ ਗਵਰਨਮੈਂਟ ਕੋਲ ਜੋ ਆਪਾਂ ਜਾਣਦੇ ਆ ਸਿਰ ਨੰਬਰ ਸਾਡਾ ਸਾਰਾ ਰੈਕੋਰਡ ਹੁੰਦਾ ਆ, ਜਾਂ ਤੁਸੀਂ ਐਲੀਜੀਬਲ ਨਹੀਂ ਵੀ ਤੇ ਤੁਸੀਂ ਉਹ ਕਲੇਮ ਲਗਾਤਾਰ ਕਰਦੇ ਰਹੇ ਹੋ, ਕਿਉਂਕਿ ਗਵਰਨਮੈਂਟ ਦੀ ਬੜੀ ਲਿਬਰਲ ਪਾਲਿਸੀ ਸੀ ਕਿ ਇਸ ਮਾੜੇ ਸਮੇਂ ਦੇ ਵਿੱਚ ਹਰ ਇੱਕ ਦੀ ਮਦਦ ਹੋ ਸਕੇ। ਸੋ ਹੁਣ ਕੁਝ ਇਹ ਕਿਹਾ ਜਾ ਰਿਹਾ ਹੈ ਕਿ ਉਹ ਪੈਸੇ ਜਿਹੜੇ ਆ ਉਹ ਰਿਫੰਡ ਜਿਹਨਾਂ ਨੇ ਬਾਈ ਮਿਸਟੇਕ ਗਲਤ ਤਰੀਕੇ ਨਾਲ ਪੈਸੇ ਲਏ ਆ ਉਹਨਾਂ ਨੂੰ ਇਹ ਪੈਸੇ ਵਾਪਸ ਕਰਨੇ ਪੈਣਗੇ। ਸੋ ਇਹਦੇ ਬਾਰੇ ਵੀ ਥੋੜੀ ਜਿਹੀ ਚਰਚਾ ਚੱਲ ਰਹੀ ਹੈ ਜੀ। ਇਹ ਵੈਸੇ ਤਾਂ ਗਿੱਲ ਸਾਹਿਬ ਬਹੁਤ ਚੰਗੀ ਗੱਲ ਆ ਕਿ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਜਾਂ ਦੋ ਤਿੰਨ ਐਡਰੈਸ ਦੇ ਕੇ, ਮਤਲਬ ਕਿ ਇੱਕ ਕਿਸਮ ਦਾ ਇਹ ਧੋਖਾ ਆ ਨਾ, ਇਹ ਚੀਟਿੰਗ ਆ। ਜਿਨ੍ਹਾਂ ਨੇ ਚੀਟਿੰਗ ਕੀਤੀ ਆ ਜੀ, ਅਸੀਂ ਆਪਣੇ ਇਸ ਟੀਵੀ ਦੇ ਉਦੇਸ਼ ਦੇ ਵਿੱਚ ਇਹ ਵੀ ਇੱਕ ਉਦੇਸ਼ ਸਮਝਦੇ ਆ ਕਿ ਜਿਹੜੀ ਇੱਥੋਂ ਦਾ ਕਾਨੂੰਨ ਆ, ਜਿਹੜੀ ਸਹੀ ਕੋਈ ਕਾਰਵਾਈ ਆ ਉਹੀ ਆਪਾਂ ਨੂੰ ਕਰਨੀ ਚਾਹੀਦੀ ਆ। ਤੇ ਇਹ ਬਿਲਕੁਲ ਦਰੁਸਤ ਆ ਜੇ ਇਸ ਤਰ੍ਹਾਂ ਕੀਤਾ ਜਾਂਦਾ ਆ। ਔਰ ਸਾਡੇ ਜਿਹੜੇ ਫਰਜ਼ ਆ, ਕੇਵਲ ਇਹ ਸਾਡੀ ਕਮਿਊਨਿਟੀ 'ਚ ਨਹੀਂ ਹੈ, ਬਾਕੀ ਕਮਿਊਨਿਟੀਜ਼ ਦੇ ਵਿੱਚ ਵੀ ਹੈਗਾ ਕਿ ਸਰਕਾਰ ਨੇ ਤਾਂ ਦੇਖੋ ਆਪਣੇ ਜਿਹੜੇ ਸਿਟੀਜ਼ਨ ਆ, ਆਪਣੇ ਜਿਹੜੇ ਸ਼ਹਿਰੀ ਆ, ਜਿਹੜੇ ਨਾਗਰਿਕ ਆ, ਉਹਨਾਂ ਦੀ ਭਲਾਈ ਵਾਸਤੇ ਇਹ ਕੀਤਾ ਹੈਗਾ ਕਿ ਬਈ ਕਿਸੇ ਦਾ ਕੰਮ ਛੁੱਟ ਗਿਆ, ਕੋਈ ਕੰਮ ਤੇ ਜਾ ਨਹੀਂ ਸਕਦਾ, ਤੇ ਉਹਨਾਂ ਦੀ ਮਦਦ ਕੀਤੀ ਜਾਵੇ, ਜਾਂ ਜਿਹੜੇ ਛੋਟੇ ਬਿਜ਼ਨਸ ਆ ਉਹਨਾਂ ਦੀ ਵੀ ਮਦਦ ਕੀਤੀ ਜਾਵੇ। ਪਰ ਜੇ ਨਜਾਇਜ਼ ਫਾਇਦਾ ਉਠਾਇਆ ਜਾਂਦਾ ਤਾਂ ਮੈਂ ਸਮਝਣਾ ਵੀ ਇਹ ਬਹੁਤ ਗਲਤ ਗੱਲ ਹੈਗੀ ਆ। ਤੇ ਜੇ ਇਸ ਕਿਸਮ ਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਇਹ ਸਰਕਾਰ ਜਿਹੜੀ ਆ ਉਹ ਜਾਇਜ਼ ਹੀ ਕਰ ਰਹੀ ਹੈਗੀ ਆ। ਜਿਹੜੇ ਲੋਕ ਚੀਟ ਕਰਦੇ ਆ ਉਹਨਾਂ ਨੂੰ ਡਿਸਕਰੇਜ ਇਸੇ ਤਰ੍ਹਾਂ ਹੀ ਕੀਤਾ ਜਾ ਸਕਦਾ ਆ, ਨਹੀਂ ਤਾਂ ਹਰ ਪੱਧਰ ਦੇ ਉੱਤੇ ਸਰਕਾਰ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਦਾ ਨਜਾਇਜ਼ ਫਾਇਦਾ ਉਠਾਉਣਾ ਜਿਹੜਾ ਆ ਉਹ ਕਿਸੇ ਤਰ੍ਹਾਂ ਵੀ ਮੈਂ ਤਾਂ ਉਹਨੂੰ ਵਾਜਬ ਨਹੀਂ ਸਮਝਦਾ। ਔਰ ਮੇਰਾ ਖਿਆਲ ਜਿਹੜੇ ਲਾ ਅਬਾਈਡਿੰਗ ਸਿਟੀਜ਼ਨ ਆ, ਸਿਆਣੇ ਸ਼ਹਿਰੀ ਆ, ਨਾਗਰਿਕ ਆ, ਚੇਤਨ ਨਾਗਰਿਕ ਆ, ਉਹ ਵੀ ਸ਼ਾਇਦ ਇਹਨੂੰ ਇਸੇ ਤਰ੍ਹਾਂ ਹੀ ਸਮਝਦੇ ਹੋਣ ਵੀ ਜਿਹੜੇ ਚੀਟ ਕਰਦੇ ਆ ਉਹਨਾਂ ਨੂੰ ਜ਼ਰੂਰ ਪੈਨਲਟੀ ਪੈਣੀ ਚਾਹੀਦੀ ਆ ਜੀ। ਜੀ ਪਰ ਸਾਹਿਬ ਇੱਕ ਬ੍ਰੈਂਪਟਨ ਦੀ ਜਿਹੜੀ ਆਪਣੀ ਕੌਂਸਲ ਆ ਸਿਟੀ ਦੀ, ਉਹਨੂੰ ਲੈ ਕੇ ਕਾਫੀ ਚਰਚਾਵਾਂ ਰਹਿੰਦੀਆਂ ਨੇ। ਪਹਿਲਾਂ ਪਿਛਲੇ ਕੁਝ ਸਾਲਾਂ ਤੋਂ ਇਦਾਂ ਦਾ ਸੀਗਾ ਕਿ ਬੇਸਮੈਂਟ ਨੂੰ ਲੀਗਲ ਕਰਨ ਦੇ ਨਾਂ ਤੇ ਕਾਫੀ ਜ਼ਿਆਦਾ ਇਹਨਾਂ ਨੇ ਇੰਸਪੈਕਟਰ ਕੋਈ 80 ਦੇ ਕਰੀਬ ਇੰਸਪੈਕਟਰ ਭਰਤੀ ਕੀਤੇ ਸੀ ਜਿਹੜੇ ਰੇਡ ਕਰ ਰਹੇ ਸੀ ਘਰਾਂ 'ਚ। ਔਰ ਦੂਜੇ ਪਾਸੇ ਜਿਹੜੀ ਪਾਪੂਲੇਸ਼ਨ ਹੈ, ਜਿਵੇਂ ਹੁਣ ਤੱਕ ਕੋਵਿਡ ਕਰਕੇ ਥੋੜਾ ਜਿਹਾ ਉੱਤੇ ਬ੍ਰੇਕ ਲੱਗੀ ਹੋਈ ਆ, ਨਹੀਂ ਤੇ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਸਟੂਡੈਂਟ ਦੀ ਆਮਦ ਕਰਕੇ ਜਾਂ ਕੁਝ ਹੋਰ ਜਿਹੜੇ ਵਰਕ ਪਰਮਿਟ ਦੇ ਲੋਕ ਆਉਂਦੇ ਸੀ ਉਹਦੇ ਕਰਕੇ ਘਰਾਂ ਦੀ ਕਾਫੀ ਕਿੱਲਤ ਸੀ ਤੇ ਬੇਸਮੈਂਟ ਜਿਹੜੀਆਂ ਨੇ ਉਹਨਾਂ ਵਿੱਚ ਵੀ ਜਗ੍ਹਾ ਨਹੀਂ ਸੀ ਮਿਲ ਰਹੀ। ਤੇ ਲਗਾਤਾਰ ਸਰਕਾਰ ਦਬਾਅ ਪਾ ਰਹੀ ਸੀ ਕਿ ਜਾਂ ਤੇ ਜਿਹੜਾ ਉਹ ਸੈਕੰਡ ਡਬਲਿੰਗ ਯੂਨਿਟ ਜਿਹੜਾ ਉਹਨੂੰ ਅਪਰੂਵ ਕਰਾ ਲਿਆ ਜਾਵੇ। ਤਾਂ ਭਾਰੀ ਖਰਚਾ ਜਿਹੜਾ ਪੈਂਦਾ ਕੋਈ 50-60 ਹਜ਼ਾਰ ਡਾਲਰ ਇੱਕ ਵਾਰੀ ਉਹਨੂੰ ਤੁਸੀਂ ਛੇੜੋ ਤੇ ਉਹਦਾ ਲੱਗ ਜਾਂਦਾ ਹੈ। ਹਰ ਵਿਅਕਤੀ ਦੀ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਇੰਨੇ ਪੈਸੇ ਖਰਚ ਕੇ ਉਹ ਆਪਣੀ ਬੇਸਮੈਂਟ ਨੂੰ ਦੁਬਾਰਾ ਬਾਈਲਾਅ ਦੇ ਅਨੁਸਾਰ ਬਣਾ ਸਕੇ। ਔਰ ਬਾਈਲਾਅ ਵੀ ਬੜੇ ਅਜੀਬ ਕਿਸਮ ਦੇ ਨੇ ਜੀ। ਠੀਕ ਹੈ, ਸੇਫਟੀ ਦੇ ਪੱਖ ਤੋਂ ਜਿਹੜੀਆਂ ਕੋਈ ਅਮੈਂਡਮੈਂਟ ਕਰਨੀਆਂ ਹੁੰਦੀਆਂ ਉਹ ਠੀਕ ਨੇ, ਪਰ ਨਾਲ ਦੀ ਨਾਲ ਜਿਵੇਂ ਕਿਸੇ ਦੀਆਂ ਸਟੇਅਰ ਬਣੀਆਂ ਹੋਈਆਂ ਨੇ ਕੰਕਰੀਟ ਦੀਆਂ, ਉਹਨੂੰ ਵੀ ਤੋੜ ਦਿਓ ਜਾਂ ਇਸ ਤਰ੍ਹਾਂ ਕਰ ਦਿਓ। ਮਤਲਬ ਜਿਹੜੇ ਬਾਈਲਾਅ ਨੇ ਉਹ ਇਸ ਤਰੀਕੇ ਨਾਲ ਬਣਾਏ ਗਏ ਨੇ ਕਿ ਬੰਦਾ ਡਰਦਾ ਹੈ ਕਿ ਮੈਂ ਬੇਸਮੈਂਟ ਲੀਗਲ ਕਰਾਉਣ ਵਾਲੇ ਪਾਸੇ ਪੈ ਗਿਆ ਤੇ ਮੈਂ ਕਾਫੀ ਸਾਰੇ ਡਾਲਰ ਜਿਹੜੇ ਆ ਮੈਨੂੰ ਸਪੈਂਡ ਕਰਨੇ ਪੈਣਗੇ। ਪਹਿਲਾਂ ਤੇ ਚਰਚਾ ਕਾਫੀ ਚੱਲਦੀ ਰਹੀ, ਕੋਵਿਡ ਕਰਕੇ ਥੋੜੀ ਜਿਹੀ ਬ੍ਰੇਕ ਇੱਥੇ ਲੱਗੀ ਆ ਕਿ ਹੁਣ ਲੋਕੀ ਥੋੜਾ ਜਿਹਾ ਸੁਖਦਾ ਸਾਹ ਲੈ ਰਹੇ ਨੇ। ਪਰ ਦੂਜੇ ਪਾਸੇ ਇੱਕ ਜਿਹੜੀ ਕੌਂਸਲ ਆ ਬ੍ਰੈਂਪਟਨ ਦੀ, ਉਹਦੇ 'ਚ ਮਤਾ ਪਾਸ ਹੋਇਆ ਜੀ। ਉਹਦੇ ਵਿੱਚ ਇੱਕ ਸਾਡੇ 3 ਤੇ 4 ਵਾਰਡ ਦੇ ਕੌਂਸਲਰ ਨੇ, ਕੋਈ ਉਹਨਾਂ ਦਾ ਨਾਂ ਹੈ ਮੇਰੇ ਖਿਆਲ, ਨਾਮ ਮੈਂ ਦੱਸਦਾ ਜੀ। ਉਹਨਾਂ ਨੇ ਮਤਾ ਲਿਆਂਦਾ ਸੀਗਾ ਜਿਹਦਾ ਜਿਹੜੇ ਹਰਕੀਰਤ ਤੇਰੀ ਜਾਂ ਜਿਹੜੇ ਢਿੱਲੋਂ ਸਾਹਿਬ ਨੇ ਆਪਣੇ, ਉਹਨਾਂ ਨੇ ਕਾਫੀ ਵਿਰੋਧ ਕੀਤਾ, ਪਰ ਉਹਦੇ ਬਾਵਜੂਦ ਉਹ ਮਤਾ ਪਾਸ ਹੋ ਗਿਆ ਕਿ ਜਿਹੜੇ ਡਰਾਈਵੇ ਨੇ
ਇਹਨਾਂ ਨੂੰ ਅਗਰ ਤੁਸੀਂ ਇਹਨਾਂ ਦੀ ਵਿਡਥ ਵਧਾਉਂਦੇ ਹੋ ਤਾਂ ਇਹਦੇ ਲਈ ਵੀ ਤੁਹਾਨੂੰ ਸਿਟੀ ਕੋਲ ਜਾਣਾ ਪਏਗਾ, ਉਹਦੀ ਅਪਰੂਵਲ ਲੈਣੀ ਪਏਗੀ। ਔਰ ਜਿਹੜੇ ਲਾਇਸੈਂਸ ਹੋਲਡਰ ਕੁਝ ਕੰਸਟਰਕਸ਼ਨ ਕਰਨ ਵਾਲੇ ਨੇ ਵਿਅਕਤੀ ਸਿਰਫ ਉਹੋ ਹੀ ਉਹਦਾ ਕੰਮ ਕਰ ਸਕਦੇ, ਉਹ ਵੀ ਕਾਫੀ ਐਕਸਪੈਂਸਿਵ ਜਿਹੜਾ ਉਹ ਹੋ ਰਿਹਾ, ਕਿਉਂਕਿ ਜਿਹੜੇ ਨਵੇਂ ਘਰ ਬਣ ਰਹੇ ਨੇ ਪ੍ਰੋਫੈਸਰ ਸਾਹਿਬ, ਬਿਲਡਰ ਦੇ ਉੱਤੇ ਸਿਟੀ ਦਾ ਕੋਈ ਕੰਟਰੋਲ ਨਹੀਂ ਆ। ਜਿਸ ਤਰੀਕੇ ਨਾਲ ਹੁਣ ਛੋਟੇ ਛੋਟੇ ਡਰਾਈਵੇ ਬਣ ਰਹੇ ਨੇ ਜਿਨ੍ਹਾਂ 'ਚ ਕਈ ਵਾਰ 2 ਕਾਰਾਂ ਵੀ ਬੜੀ ਮੁਸ਼ਕਲ ਅੜ ਕੇ ਖੜੀਆਂ ਹੁੰਦੀਆਂ ਨੇ, ਤੇ ਆਪਾਂ ਜਾਣਦੇ ਹਾਂ ਕਿ ਘਰ 'ਚ 4 ਜਾਂ 5 ਮੈਂਬਰ ਨੇ ਤੇ ਹਰ ਇੱਕ ਨੂੰ ਆਪਣੇ ਆਪਣੇ ਵਹੀਕਲ ਦੀ ਜਿੱਥੇ ਜ਼ਰੂਰਤ ਰਹਿੰਦੀ ਆ। ਸੋ ਇਹ ਵੀ ਇੱਕ ਕਿਸਮ ਦਾ ਐਂਟੀ ਪੀਪਲ ਜਿਹੜਾ ਫੈਸਲਾ ਵਾ ਇਹਨੂੰ ਮੰਨਿਆ ਜਾ ਰਿਹਾ। ਦੇਖੋ, ਜਿਹੜਾ ਪਹਿਲੀ ਤੁਸੀਂ ਗੱਲ ਕੀਤੀ ਆ ਨਾ ਬੇਸਮੈਂਟ ਲੀਗਲ ਕਰਨ ਦੀ, ਇਹ ਵਾਕਿਆ ਠੀਕ ਆ ਕਿ ਲੋਕਾਂ ਨੇ ਬੇਸਮੈਂਟਾਂ ਜਿਹੜੀਆਂ ਬਣਾਈਆਂ ਆ ਜਦੋਂ ਦੇ ਇੱਥੇ ਰਹਿੰਦੇ ਆ, ਕੋਈ 10 ਸਾਲ ਦੇ 15 ਸਾਲ ਦੇ, ਉਹਨਾਂ ਦੇ ਉੱਤੇ ਹੁਣ ਕੋਈ ਜਿਹੜੇ ਕਾਨੂੰਨ ਲਾਗੂ ਕਰਨੇ ਆ। ਹਾਂ, ਜਿਹੜੀ ਸੇਫਟੀ ਵਾਲੀ ਗੱਲ ਹੈਗੀ ਆ ਉਹਦੇ ਨਾਲ ਕੋਈ ਡਿਸਐਗਰੀਮੈਂਟ ਨਹੀਂ ਹੈ ਕਿ ਸੇਫਟੀ ਇਜ਼ ਮਸਟ, ਸੇਫਟੀ ਜ਼ਰੂਰੀ ਆ। ਪਰ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਪੌੜੀਆਂ ਤੋੜ ਦੇਣੀਆਂ ਗੈਰ ਕਾਨੂੰਨੀ ਆ ਜੀ ਇਹ, ਤੇ ਇਹਦੇ ਵਿੱਚ ਇਹ ਵੀ ਆ ਭਈ ਜਿਹੜੀ ਬਿਲਡਰ ਵਾਲੀ ਗੱਲ ਹੈਗੀ ਆ ਨਾ, ਅਗਲੀ ਗੱਲ ਤੇ ਵੀ ਅਸੀਂ ਆਉਂਦੇ ਆ ਡਰਾਈਵੇ ਵਾਲੀ ਤੇ ਵੀ, ਕਿ ਜਦੋਂ ਬਿਲਡਰ ਨੂੰ ਅਪਰੂਵਲ ਦਿੱਤੀ ਜਾਂਦੀ ਆ, ਜਿਹੜਾ ਨਕਸ਼ਾ ਆ ਉਹ ਸਮਝਿਆ ਜਾਂਦਾ ਵੀ ਇਹ ਠੀਕ ਆ, ਤੇ ਉਸ ਨਕਸ਼ੇ ਦੇ ਮੁਤਾਬਕ ਹੀ ਜਿਹੜੀ ਬੇਸਮੈਂਟ ਹੈਗੀ ਆ ਉਹਦਾ ਵੀ ਨਿਰਣਾ ਉਦੋਂ ਹੀ ਹੋ ਜਾਣਾ ਚਾਹੀਦਾ ਆ। ਸੋ ਹੁਣ ਜਿਹੜਾ ਇਹ ਕਹਿ ਰਹੇ ਹੈਗੇ ਆ ਬਈ ਜਿਹੜੇ ਡਰਾਈਵੇ ਆ ਉਹ ਜਿਨ੍ਹਾਂ ਕੋਲ ਲਾਇਸੈਂਸ ਹੋਣਗੇ ਉਹੀ ਬਣਾਉਣਗੇ, ਤੇ ਬੇਸਮੈਂਟਾਂ ਵੀ ਉਹਨਾਂ ਨੂੰ ਹੀ ਬਣਾਉਣ ਦੀ ਮਿਲਣਾ ਚਾਹੀਦਾ ਲਾਇਸੈਂਸ ਹੋਲਡਰ ਜਿਹੜੇ ਆ ਉਹੀ ਬੇਸਮੈਂਟਾਂ ਬਣਾ ਸਕਣ। ਔਰ ਇਹ ਵਾਕਿਆ ਹੀ ਤੁਹਾਡੀ ਗੱਲ ਠੀਕ ਆ ਕਿ ਕੋਵਿਡ ਕਰਕੇ ਕੁਛ ਠੱਲ ਪਈ, ਨਹੀਂ ਤਾਂ ਲੋਕ ਬੜੇ ਪੈਨਿਕੀ ਹੋ ਗਏ ਸੀਗੇ, ਬਹੁਤ ਨੁਕਸਾਨ ਵੀ ਉਠਾਉਣ ਲੱਗ ਪਏ ਸੀਗੇ, ਬੜੇ ਵੱਡੇ ਜੁਰਮਾਨੇ ਵੀ ਹੋਣ ਲੱਗ ਪਏ ਸੀਗੇ। ਸੋ ਇਸ ਸੰਬੰਧ ਦੇ ਵਿੱਚ ਮੈਂ ਸਮਝਦਾ ਹਾਂ ਵੀ ਜਿਹੜੀਆਂ ਪਹਿਲਾਂ ਦੀਆਂ ਬੇਸਮੈਂਟਾਂ ਬਣੀਆਂ ਆ ਉਹਨਾਂ ਦਾ ਵੇਖ ਲਿਆ ਜਾਵੇ ਬਈ ਉਹਨਾਂ ਦਾ ਜਿਹੜਾ ਸਿਸਟਮ ਹੈਗਾ ਉਹ ਠੀਕ ਹੈਗਾ। ਜੇ ਕਿਤੇ ਕੋਈ ਮਾੜੀ ਮੋਟੀ ਅਮੈਂਡਮੈਂਟ ਕਰਨੀ ਪੈਂਦੀ ਆ ਤਾਂ ਉਹਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ, ਉੱਤੇ ਕੋਈ ਇਤਰਾਜ਼ ਵੀ ਨਹੀਂ ਕਰਦਾ। ਪਰ ਜੇ ਢਾਹ ਕੇ ਬਣਾਉਣੀ ਪੈਂਦੀ ਹੈ ਗਿੱਲ ਸਾਹਿਬ, ਤੇ ਜਿੱਦਾਂ ਤੁਸੀਂ ਦੱਸਿਆ ਵੀ 50-60 ਹਜ਼ਾਰ ਰੁਪਈਆ ਡਾਲਰ ਤਾਂ ਪਹਿਲਾਂ ਖਰਚ ਕੀਤਾ ਤੇ 50-60 ਹੋਰ ਕਰਤਾ, ਤੇ ਉਹ ਕਿੰਨਾ ਜਿਹੜਾ ਖਰਚਾ ਹੈਗਾ ਉਹ ਪੈ ਜਾਂਦਾ ਹੈ। ਜਿਹੜੀ ਗੱਲ ਤੁਸੀਂ ਡਰਾਈਵੇ ਦੀ ਕਰਦੇ ਆ, ਪਹਿਲੇ ਜਿਹੜੇ ਘਰ ਬਣੇ ਆ ਉਹਨਾਂ ਦੇ ਵਿੱਚ ਗਿੱਲ ਸਾਹਿਬ ਜਿਹੜੇ ਡਬਲ ਗਰਾਜ ਘਰ ਹੈਗੇ ਆ ਨਾ, ਉਹਨਾਂ ਦੇ ਵਿੱਚ ਡਬਲ ਡੋਰ ਜਿਹੜੇ ਆ ਉਹਨਾਂ 'ਚ 4 ਗੱਡੀਆਂ ਖੜੀਆਂ ਹੋ ਜਾਂਦੀਆਂ ਅੱਗੜ ਪਿਛੜ ਕਰਕੇ ਨਾ। ਤੇ ਹੁਣ ਜਿਹੜੇ ਡਰਾਈਵੇ ਬਣ ਰਹੇ ਆ ਜੀ ਉਹਨਾਂ ਦੇ ਵਿੱਚ 2 ਗੱਡੀਆਂ ਮਸਾਂ ਹੀ ਖੜੀਆਂ ਹੁੰਦੀਆਂ, ਤੇ ਘਰ ਦੇ ਜੇ 4 ਜੀ ਤਾਂ ਘੱਟੋ ਘੱਟ ਮੰਨ ਕੇ ਚੱਲਣਾ ਹੀ ਚਾਹੀਦਾ ਨਾ, ਵੀ ਹਸਬੈਂਡ ਵਾਈਫ ਆ, ਉਹਨਾਂ ਦੇ 2 ਬੱਚੇ ਆ ਅਡਲਟ, ਉਹ 4 ਗੱਡੀਆਂ ਕਿੱਥੇ ਖੜੀਆਂ ਕਰਨਗੇ। ਔਰ ਇਹਦੇ ਵਿੱਚ ਜਿਹੜੀ ਗੱਲ ਆਈ ਆ, ਜਿਹੜਾ ਪਤਾ ਲੱਗਾ ਉਹ ਇਹ ਆ ਬਈ ਹਰਕੀਰਤ ਸਿੰਘ ਹੋਰਾਂ ਨੇ ਇਹਦਾ ਵਿਰੋਧ ਕੀਤਾ, ਈਵਨ ਪੈਟਰਿਕ ਬਰਾਊਨ ਨੇ ਵੀ, ਮੈਨੂੰ ਪਤਾ ਲੱਗਾ ਵੀ ਇਹਦੇ ਮਤਲਬ ਹੱਕ 'ਚ ਨਹੀਂ ਸੀਗੇ ਉਹ। ਪਰੰਤੂ ਇਹ ਗੱਲ ਫੈਕਟ ਆ ਕਿ ਇੱਕ ਬੰਨੇ ਅਸੀਂ ਸਰਕਾਰ ਦੀ ਇਸ ਨੀਤੀ ਦੀ ਪ੍ਰਸ਼ੰਸਾ ਕਰਦੇ ਹਾਂ ਵੀ ਕੋਵਿਡ ਦੇ ਵਿੱਚ ਲੋਕਾਂ ਦੀ ਸਹਾਇਤਾ ਵਾਸਤੇ ਸਰਕਾਰ ਨੇ ਸਕੀਮਾਂ ਕੱਢੀਆਂ, ਪਰ ਦੂਜੇ ਬੰਨੇ ਕੋਵਿਡ ਦਾ ਇੰਨਾ ਜ਼ੋਰ ਆ ਸਾਡੇ ਇੱਥੇ ਟੋਰਾਂਟੋ ਦੇ ਵਿੱਚ, ਔਰ ਉਹਦੇ 'ਚ ਇੰਨਾ ਜ਼ੋਰ ਹੋਣ ਦੇ ਬਾਵਜੂਦ ਵੀ ਇਸ ਕਿਸਮ ਦੀ ਕਾਰਵਾਈ ਜਿਹੜੀ ਕਰਨੀ ਆ ਉਹ ਮੇਰਾ ਖਿਆਲ ਵਾਜਬ ਨਹੀਂ ਹੈ। ਸੋ ਮੈਂ ਮਹਿਸੂਸ ਕਰਦਾ ਵੀ ਇਹ ਦੋਨੇ ਹੀ ਜਿਹੜੇ ਕੰਮ ਹੈਗੇ ਆ, ਬੇਸਮੈਂਟ ਵਾਲਾ ਵੀ ਔਰ ਆ ਜਿਹੜਾ ਹੁਣ ਡਰਾਈਵੇ ਵਾਲਾ ਸ਼ੁਰੂ ਕੀਤਾ ਹੈਗਾ, ਇਹ ਕੋਈ ਸਿਟੀਜ਼ਨਸ ਦੀ, ਲੋਕਾਂ ਦੀ ਇਹਦੇ 'ਚ ਰਾਏ ਵੀ ਹੋਣੀ ਚਾਹੀਦੀ ਆ, ਕੋਈ ਉਹਨਾਂ ਦੀ ਸੇ ਵੀ ਹੋਣੀ ਚਾਹੀਦੀ ਆ, ਉਹਨਾਂ ਨਾਲ ਕੋਈ ਮਸ਼ਵਰਾ ਕੀਤਾ ਜਾਣਾ ਚਾਹੀਦਾ। ਜਿੱਦਾਂ ਕੋਈ ਕਿਸੇ ਇੰਟਰਸੈਕਸ਼ਨ ਦੇ ਉੱਤੇ ਆਪਣੇ ਕਿਤੇ ਕੋਈ ਲਾਈਟਾਂ ਲਾਉਣ ਦੀ ਗੱਲ ਹੁੰਦੀ ਆ ਜਾਂ ਕੋਈ ਸਟਾਪ ਸਾਈਨ ਲਾਉਣ ਦੀ ਗੱਲ ਹੁੰਦੀ ਆ, ਤਾਂ ਜਿਹੜੇ ਉੱਥੋਂ ਦੇ ਬਸ਼ਿੰਦੇ ਆ ਉਹਨਾਂ ਦੀ ਰਾਏ ਪੁੱਛੀ ਜਾਂਦੀ ਆ। ਇਸੇ ਤਰ੍ਹਾਂ ਮੇਰਾ ਖਿਆਲ ਇਹਨਾਂ ਦੋਨਾਂ ਇਸ਼ੂਜ਼ ਦੇ ਉੱਤੇ ਵੀ ਜ਼ਰੂਰੀ ਆ ਵੀ ਇਸ ਕਿਸਮ ਦੀ ਰਾਏ ਹੋਵੇ। ਇਸ ਤਰੀਕੇ ਨਾਲ ਕੋਈ ਜਿਹੜਾ ਫੈਸਲਾ ਕਰਕੇ ਠੋਸਣਾ ਉਹ ਗੈਰ ਵਾਜਬ ਆ ਜੀ।
ਕਾਲਾ ਸਾਹਿਬ ਇੱਕ ਮਸਲਾ ਜਿਹੜਾ ਪਿਛਲੇ ਕਈ ਸਾਲਾਂ ਤੋਂ, ਵੈਸੇ ਤਾਂ ਸਾਰੇ ਨਾਰਥ ਅਮਰੀਕਾ 'ਚ ਮਸਲਾ ਹੈਗਾ, ਅਮਰੀਕਾ ਵਿੱਚ ਵੀ ਕਾਫੀ ਜ਼ਿਆਦਾ ਰਹਿੰਦਾ ਹੈ ਕਿ ਜਿੱਦਾਂ ਕੈਨੇਡਾ ਦੇ ਵਿੱਚ ਵੀ ਆ, ਰੈਵਨਿਊ ਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਕਾਲ ਆਉਂਦੀਆਂ ਨੇ। ਪਿਛਲੇ ਦਿਨੀ ਖਬਰ ਵੀ ਆਈ ਸੀ ਕਿ 81 ਸਾਲਾ ਬਜ਼ੁਰਗ ਔਰਤ ਨੂੰ ਉਹਦੇ ਵਿੱਚ 3 ਪੰਜਾਬੀ ਬੱਚੇ ਜਿਹੜੇ ਸੀ ਸਟੂਡੈਂਟ ਉਹ ਕਾਬੂ ਆਏ ਸੀ। ਇਸ ਤਰ੍ਹਾਂ ਦੀਆਂ ਕਾਲ ਆਉਂਦੀਆਂ ਨੇ ਤੇ ਉਹ ਉਹਨਾਂ ਨੂੰ ਡਰਾ ਕੇ ਉਹਨਾਂ ਕੋਲੋਂ ਪੈਸੇ ਲੈ ਲਏ ਜਾਂਦੇ ਆ ਕਿ ਨਹੀਂ ਤੁਹਾਨੂੰ ਅਰੈਸਟ ਕਰ ਲਿਆ ਜਾਊਗਾ। ਤੇ ਇਸੇ ਤਰ੍ਹਾਂ ਦਾ ਇੱਕ ਸਕੈਮ ਜਿਹੜਾ ਉਹ ਚੱਲ ਰਿਹਾ ਕੋਸਟਕੋ ਦੇ ਵਿੱਚ ਵੀ, ਜਿਹੜੇ ਕਾਰਡ ਹੋਲਡਰ ਨੇ ਜਾਂ ਜਿਹੜੇ ਮੈਂਬਰ ਨੇ ਉਹਨਾਂ ਦਾ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਸਕੈਮ ਪਿਛਲੇ ਕੁਝ ਦਿਨਾਂ ਤੋਂ। ਉੱਥੇ ਵੀ ਕੋਈ ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਤੇ ਠੱਗਿਆ ਜਾ ਰਿਹਾ ਜੀ। ਬਿਲਕੁਲ ਸਹੀ ਗੱਲ ਹੈ ਜੀ। ਮੈਨੂੰ ਆਪ ਕਾਲ ਆਉਂਦੀ ਆ ਜੀ ਕਿ ਬਈ ਤੁਹਾਡੇ ਖਿਲਾਫ ਜਿਹੜੀ ਆ ਉਹ ਕਾਰਵਾਈ ਹੋ ਜਾਣੀ ਆ, ਨਹੀਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਵਗੈਰਾ ਵਗੈਰਾ। ਤੇ ਉਹਦਾ ਦੇਖੋ ਉਹਦਾ ਕੋਈ ਹੱਲ ਨਹੀਂ। ਉਹਦੇ 'ਚ ਮੈਨੂੰ ਸਮਝ ਨਹੀਂ ਲੱਗਦੀ ਵੀ ਕੌਣ ਕੌਣ ਰਲਿਆ ਹੈਗਾ। ਇਹ ਸਾਡੇ ਇੱਕ ਨੂਨ ਆ ਜੀ, ਉਹਨਾਂ ਦੇ ਬੱਚੇ ਨੇ ਕਿਤੇ ਅਪਲਾਈ ਕਰਨਾ ਸੀਗਾ ਜੌਬ ਲਈ, ਤੇ ਉਹ ਕੋਈ ਉਹਨਾਂ ਨੂੰ ਕਾਲ ਆ ਗਈ ਵੀ ਤੁਹਾਡੀ ਜੌਬ ਜਿਹੜੀ ਆ ਤੁਹਾਨੂੰ ਦੇ ਦਿੱਤੀ ਗਈ ਆ, ਤੇ ਤੁਸੀਂ ਇਦਾਂ ਕਰੋ ਵੀ ਇਨਫਰਾਸਟ੍ਰਕਚਰ ਵਾਸਤੇ ਨਾ ਤੁਹਾਨੂੰ ਅਸੀਂ ਚੈੱਕ ਭੇਜ ਰਹੇ ਆ, ਤੇ ਤੁਸੀਂ ਇਹ ਚੈੱਕ ਜਮ੍ਹਾਂ ਕਰਾ ਕੇ ਤੇ ਸਾਨੂੰ ਇੱਕ ਚੈੱਕ ਜਿਹੜਾ ਇੰਨੇ ਦਾ ਦੇ ਦਿਓ। ਉਹਨੂੰ ਠੱਗ ਲਿਆ ਜੀ। ਤੇ ਜਦੋਂ ਉਹਨੂੰ ਪਤਾ ਲੱਗਾ ਉਹ ਪੁਲਿਸ ਕੋ ਜਾਏ ਤਾਂ ਪੁਲਿਸ ਕਹੇ ਜੀ ਅਸੀਂ ਤਾਂ ਕੁਝ ਕਰ ਨਹੀਂ ਸਕਦੇ, ਮਤਲਬ ਇਹ ਪਤਾ ਨਹੀਂ ਬਾਹਰ ਬੈਠੇ ਨੇ ਕਿ ਕਿੱਦਾਂ ਕਰਦੇ ਹੈਗੇ ਆ, ਤੇ ਅਸੀਂ ਇਹਨਾਂ ਦੀ ਕੋਈ ਮਦਦ ਨਹੀਂ ਕਰ ਸਕਦੇ। ਤੇ ਬਾਕੀ ਇਸ ਤੋਂ ਬਿਨਾਂ ਮੈਨੂੰ ਯਾਦ ਆ ਕਿ ਸਾਨੂੰ ਇੱਕ ਕਾਲ ਆ ਗਈ ਕਿ ਜੀ ਤੁਸੀਂ ਆਪਣੀ ਗੱਡੀ ਜਿਹੜੀ ਆ ਉਹਨੂੰ ਜੇ ਪੇਂਟ ਕਰਾ ਲਓਗੇ ਨਾ ਤੇ ਅਸੀਂ ਤੁਹਾਨੂੰ $3,500 ਦਾ ਚੈੱਕ ਭੇਜ ਰਹੇ ਆ, ਤੇ ਇਹ ਤੁਸੀਂ ਸਾਨੂੰ 2,000 ਦਾ ਭੇਜ ਦਿਓ ਤੇ ਅਸੀਂ ਤੁਹਾਨੂੰ ਹੋਰ ਭੇਜਾਂਗੇ। ਯਾਨੀ ਇੱਦਾਂ ਦੇ ਕੰਮ ਕਰਕੇ ਤੇ ਲਾਲਚ ਦੇ ਕੇ ਬਹੁਤ ਇੱਦਾਂ ਦੀਆਂ ਠੱਗੀਆਂ ਹੋ ਰਹੀਆਂ ਹੈਗੀਆਂ। ਤੁਹਾਡੀ ਇਹ ਗੱਲ ਦਰੁਸਤ ਹੈਗੀ ਆ, ਪਰ ਇਹਦੀ ਸਭ ਤੋਂ ਵੱਡੀ ਜਿਹੜਾ ਇਹਦਾ ਮਾੜਾ ਪੱਖ ਹੈਗਾ, ਇੰਨੀਆਂ ਮਤਲਬ ਠੱਗੀਆਂ ਹੋ ਗਈਆਂ ਔਰ ਪੁਲਿਸ ਨੂੰ ਵੀ ਕੀਤਾ ਜਾਂਦਾ ਜੀ। ਤੇ ਉਹ ਬਹੁਤ ਸਾਰੇ ਕੇਸਾਂ ਦੇ ਵਿੱਚ ਉਹ ਜਵਾਬ ਇਹ ਦੇ ਦਿੰਦੇ ਆ ਜੀ ਦੇਖੋ ਗੱਲ ਇੱਦਾਂ ਆ ਵੀ ਹੁਣ ਇਹ ਨੁਕਸਾਨ ਤਾਂ ਤੁਹਾਡਾ ਹੋ ਗਿਆ, ਹੁਣ ਤੁਸੀਂ ਗਾਂਹ ਖਿਆਲ ਰੱਖਿਓ। ਇਹਦਾ ਮਤਲਬ ਇਹ ਆ ਵੀ ਜਿਹੜੇ ਇਨੋਸੈਂਟ ਲੋਕ ਹੈਗੇ ਆ ਉਹਨਾਂ ਨੂੰ ਠੱਗਣ ਵਾਲੇ ਜਿਹੜੇ ਆ ਉਹਨਾਂ ਦੀ ਕਿਤੇ ਕੋਈ ਇਹ ਨਹੀਂ ਸਮਝਿਆ ਜਾਂਦਾ ਵੀ ਸ਼ਾਇਦ ਇਹਨਾਂ ਨਾਲ ਵੀ ਕੋਈ ਉਹਨਾਂ ਦੀ ਮਿਲੀ ਭੁਗਤ ਹੋਵੇ। ਜੀ ਕਾਲਾ ਸਾਹਿਬ, ਕੋਵਿਡ ਦੇ ਕੇਸ ਸਾਰੀ ਦੁਨੀਆ 'ਚ ਬੜੇ ਖਤਰਨਾਕ ਹੱਦ ਤੱਕ ਵੱਧ ਰਹੇ ਆ, ਖਾਸ ਕਰਕੇ ਭਾਰਤ ਵਰਗੇ ਮੁਲਕ 'ਚ ਹੁਣ ਤੇ ਪਾਕਿਸਤਾਨ ਵਿੱਚ ਵੀ ਖਬਰਾਂ ਆਉਣ ਲੱਗ ਪਈਆਂ ਔਰ ਚੌਥੀ ਵੇਵ ਜਾਪਾਨ ਵਿੱਚ ਵੀ ਆ ਗਈ ਆ। ਜਿਹੜੇ ਵਿਕਸਿਤ ਮੁਲਕ ਨੇ ਉਹਨਾਂ ਵਿੱਚ ਵੀ ਕਾਫੀ ਮਾਰਾਮਾਰੀ ਹੋ ਰਹੀ ਆ, ਪਰ ਭਾਰਤ ਵਰਗੇ ਮੁਲਕਾਂ 'ਚ ਬਹੁਤ ਜ਼ਿਆਦਾ ਹੋ ਰਹੀ ਆ। ਸਾਡੇ ਵੀ ਇੱਥੇ ਲਗਾਤਾਰ ਪਿਛਲੇ ਕੁਝ ਚਿਰ ਤੋਂ 4800-4500 ਦੇ ਕਰੀਬ ਕੇਸ ਆ ਰਹੇ ਸੀ, ਪਰ ਜਿਹੜਾ ਸਟੇ ਐਟ ਹੋਮ ਦਾ ਆਰਡਰ ਲੱਗਿਆ ਆ ਇਹਦੇ ਨਾਲ ਕੁਝ ਕੰਟਰੋਲ ਜਿਹੜਾ ਹੋਇਆ ਉਹ ਨਜ਼ਰ ਆ ਰਿਹਾ ਵਾ। ਤੇ ਸਰਕਾਰ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਸਟੇ ਹੋਮ ਦਾ ਆਰਡਰ ਆ ਇਹਨੂੰ ਦੁਬਾਰਾ ਫੇਰ ਕੁਝ ਸਮੇਂ ਲਈ ਐਕਸਟੈਂਡ ਕੀਤਾ ਜਾਵੇ। ਸਟੇ ਐਟ ਹੋਮ ਦਾ ਤਾਂ ਆਲਰੇਡੀ ਚੱਲ ਹੀ ਰਿਹਾ ਜੀ। ਮਤਲਬ ਇਹਦਾ ਜ਼ਰੂਰੀ ਆ। ਦੇਖੋ ਜਿਹੜੇ ਪ੍ਰੀਕਾਸ਼ਨ ਲੈਣੇ ਆ, ਮਤਲਬ ਜਿਹਦੇ ਨਾਲ ਸਪਰੈਡ ਹੋਣ ਤੋਂ ਬਚਿਆ ਜਾ ਸਕਦਾ, ਜਿਹੜੀ ਚੇਨ ਆ ਉਹ ਤੋੜੀ ਜਾ ਸਕਦੀ ਆ, ਇਹ ਮੈਂ ਸਮਝਣਾ ਵੀ ਇਹ ਤਾਂ ਜ਼ਰੂਰੀ ਆ ਜੀ। ਇਹ ਜਿਹੜੇ ਸਾਡੇ ਸਿਟੀਜ਼ਨ ਆ, ਜਿਹੜੇ ਸਾਡੇ ਲੋਕ ਆ, ਉਹਨਾਂ ਨੂੰ ਵੀ ਇਹਦੀ ਪਾਲਣਾ ਕਰਨੀ ਚਾਹੀਦੀ ਆ, ਕਿਉਂਕਿ ਬਾਕੀ ਚੀਜ਼ਾਂ ਜਿਹੜੀਆਂ ਆ ਉਹ ਤਾਂ ਤੁਸੀਂ ਹਾਸਲ ਕਰ ਲਓਗੇ, ਪਰ ਮਨੁੱਖੀ ਜ਼ਿੰਦਗੀ ਜਿਹੜੀ ਆ ਇਹਦਾ ਜਿਹੜਾ ਨੁਕਸਾਨ ਹੋ ਜਾਂਦਾ ਆ, ਜਿਹੜਾ ਕੋਈ ਚਲ ਜਾਂਦਾ ਆ, ਜਿਹੜਾ ਜੀ ਚਲ ਜਾਂਦਾ ਆ, ਉਹਦੇ ਜਿਹੜੇ ਵਾਰਸ ਆ ਉਹਨਾਂ ਨੂੰ ਕਿੰਨਾ ਮੁਸ਼ਕਲ ਹੁੰਦੀ ਆ, ਜਿਹਦਾ ਕੋਈ ਭੈਣ ਭਰਾ ਜਾਂਦਾ ਉਹਨੂੰ ਕਿੰਨੀ ਮੁਸ਼ਕਲ ਹੁੰਦੀ ਆ। ਸੋ ਇਹ ਲਾਕਡਾਊਨ ਜਿਹੜਾ ਹੈਗਾ ਮੇਰਾ ਖਿਆਲ ਆ ਵੀ ਇਹ ਜ਼ਰੂਰ ਲੱਗਣਾ ਚਾਹੀਦਾ ਆ ਔਰ ਇਹਦਾ ਪਾਲਣ ਕਰਨਾ ਚਾਹੀਦਾ ਆ, ਕਿਉਂਕਿ ਇਹਦੇ ਨਾਲ ਇਕੱਲਾ ਸਾਡਾ ਹੀ ਨਹੀਂ ਭਲਾ ਹੈਗਾ, ਸਾਡੀ ਕਮਿਊਨਿਟੀ ਦਾ, ਸਾਡੇ ਸਮਾਜ ਦਾ ਵੀ ਭਲਾ ਹੁੰਦਾ ਜੀ। ਕਾਲਾ ਸਾਹਿਬ ਦੀ ਹੁਣ ਤੱਕ 24,600 ਡੈਥ ਹੋ ਚੁੱਕੀਆਂ ਨੇ ਕੈਨੇਡਾ ਦੇ ਵਿੱਚ, ਤੇ ਕਾਫੀ ਮਤਲਬ ਜਿਹੜਾ ਹਾਲਾਂਕਿ ਇੱਥੇ ਜਿਹੜੇ ਆ ਹੈਲਥ ਦੇ ਪ੍ਰਬੰਧ ਕਾਫੀ ਅੱਛੇ ਨੇ ਔਰ ਤਾਂ ਵੀ ਜਿਹੜਾ ਵਾ ਇਨਫੈਕਸ਼ਨ ਲਗਾਤਾਰ ਰਿਪੋਰਟ ਜਿਹੜਾ ਹੋ ਰਿਹਾ ਕਿਉਂਕਿ ਟੈਸਟਿੰਗ ਕਾਫੀ ਜ਼ਿਆਦਾ ਹੋ ਰਹੀ ਆ। ਤੁਸੀਂ ਈਜ਼ੀ ਜਾ ਕੇ ਸੇਮ ਡੇ ਡਰਾਈਵ ਥਰੂ ਜਾ ਕੇ ਵੀ ਆਪਣੀ ਕੋਵਿਡ ਦੀ ਜਿਹੜੀ ਆ ਉਹ ਟੈਸਟ ਕਰਵਾ ਸਕਦੇ ਹੋ। ਇਸ ਕਰਕੇ ਕੁਝ ਕੇਸ ਹੁੰਦੇ ਨੇ ਤੇ ਉਹਨਾਂ ਨੂੰ ਸਮੇਂ ਨਾਲ ਸੰਭਾਲਿਆ ਜਾਂਦਾ
ਇਹਦੇ ਨਾਲ ਕੰਪੇਅਰ ਕਰੀਏ ਜੇ ਬਾਕੀ ਮੁਲਕ ਜਿਹੜੇ ਗਰੀਬ ਮੁਲਕ ਨੇ ਖਾਸ ਕਰਕੇ, ਉੱਥੇ ਟੈਸਟਿੰਗ ਦੀ ਸਿਸਟਮ ਠੀਕ ਨਹੀਂ ਆ ਔਰ ਇਦਾਂ ਦੀਆਂ ਖਬਰਾਂ ਆਉਂਦੀਆਂ ਕਿ ਪੈਸੇ ਲੈ ਕੇ ਪੋਜ਼ਿਟਿਵ ਨੂੰ ਨੈਗੇਟਿਵ, ਨੈਗੇਟਿਵ ਨੂੰ ਪੋਜ਼ਿਟਿਵ। ਔਰ ਦੂਸਰਾ ਲੋਕ ਜਿਹੜੇ ਨੇ ਉਹ ਹਸਪਤਾਲਾਂ 'ਚ ਜਾਣ ਤੋਂ ਬਹੁਤ ਬੁਰੀ ਤਰ੍ਹਾਂ ਡਰਾਉਂਦੇ ਨੇ, ਡਰਦੇ ਨੇ ਕਿ ਅਗਰ ਅਸੀਂ ਹਸਪੀਟਲ ਚਲੇ ਗਏ ਤੇ ਵਾਪਸੀ ਸੰਭਵ ਨਹੀਂ ਆ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੱਗੇ ਕੱਲ੍ਹ ਸੁਸ਼ੀਲ ਨਾਲ ਵੀ ਆਪਾਂ ਗੱਲ ਕਰਦੇ ਸੀਗੇ ਕਿ ਉਹ ਡਰ ਨਾਲ ਹੀ ਹਾਰਟ ਅਟੈਕ ਹੋ ਕੇ ਮਰ ਰਹੇ ਨੇ ਉੱਥੇ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ। ਜਿਹੜੇ ਸਾਊਥ ਏਸ਼ੀਆ ਵਾਲੇ ਜਿਨ੍ਹਾਂ 'ਚ ਸਾਡਾ ਜਿਹੜਾ ਮਾਤਰ ਭੂਮੀ ਭਾਰਤ ਵੀ ਸ਼ਾਮਲ ਆ, ਉੱਥੇ ਤਾਂ ਇਹ ਆ ਵੀ ਜਿੱਦਾਂ ਉਹ ਇੱਕ ਸੁਣਦੇ ਹੁੰਦੇ ਸੀਗੇ ਨਾ ਵੀ ਦਰਬਾਰ ਸਾਹਿਬ ਜਿਹੜੇ ਪਾਠ ਸੁਖਦੇ ਆ ਨਾ, ਅਖੰਡ ਪਾਠ, ਤੇ ਉੱਥੇ ਕਹਿੰਦੇ ਜੀ ਕੀਤੇ ਕਰਾਏ ਵੀ ਅਖੰਡ ਪਾਠ ਮਿਲ ਜਾਂਦੇ ਆ। ਸੋ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਟੈਸਟ ਆ ਨਾ ਉਹ ਕੀਤੇ ਕਰਾਏ ਵੀ ਮਿਲ ਜਾਂਦੇ ਆ ਔਰ ਇਹ ਵੀ ਮਿਲ ਜਾਂਦੇ ਆ ਵੀ ਤੁਸੀਂ ਜੇ ਚਾਹੁੰਦੇ ਹੋ ਭਾਵੇਂ ਤੁਸੀਂ ਪੋਜ਼ਿਟਿਵ ਵੀ ਹੋਵੋ, ਜੇ ਚਾਹੁੰਦੇ ਹੋ ਵੀ ਨੈਗੇਟਿਵ ਚਾਹੀਦਾ ਤਾਂ ਉਹ ਵੀ ਮਿਲ ਜਾਂਦਾ ਹੈਗਾ। ਤੇ ਇਹ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਗੱਲਾਂ ਕੁਝ ਜੇ ਸੁਣਨ 'ਚ ਆਈਆਂ। ਕੈਨੇਡਾ ਦੇ ਵਿੱਚ ਕੁਝ ਲੋਕ ਆਏ ਆ ਕਿ ਉਹ ਉੱਥੋਂ ਪੋਜ਼ਿਟਿਵ ਰਿਪੋਰਟ ਲੈ ਕੇ ਆਏ ਸੀਗੇ ਤੇ ਜਦੋਂ ਉਤਰੇ ਤੇ ਟੈਸਟ ਹੋਇਆ ਤੇ ਫਿਰ ਉਹ ਨੈਗੇਟਿਵ ਨਿਕਲ ਆਏ। ਯਾਨੀ ਜਹਾਜ਼ ਦੇ ਵਿੱਚ ਹੀ ਤਾਂ ਕੋਈ ਇਦਾਂ ਦੀ ਗੱਲ ਨਹੀਂ ਕਿ ਕੋਈ ਇੱਕਾ ਦੁੱਕਾ ਤਾਂ ਹੋ ਸਕਦਾ। ਉੱਥੋਂ ਨੈਗੇਟਿਵ ਲੈ ਕੇ ਆਏ ਪਰ ਇੱਥੇ ਆ ਕੇ ਪੋਜ਼ਿਟਿਵ ਪਾਏ ਗਏ। ਹਾਂਜੀ ਹਾਂਜੀ, ਮੈਂ ਉਲਟ ਕਹਿਤਾ ਜੀ। ਹਾਂਜੀ, ਉਲਟ ਕਿਹਾ ਗਿਆ। ਔਰ ਤੁਸੀਂ ਦੇਖੋ ਪਿਛਲੇ ਦਿਨੀ ਸਾਡੇ ਭਾਰਤ ਦੇ ਵਿਦੇਸ਼ ਮੰਤਰੀ ਇੰਗਲੈਂਡ ਗਏ ਸੀਗੇ ਯੂਰਪੀ ਯੂਨੀਅਨ ਦੀ ਮੀਟਿੰਗ 'ਚ। ਉਹਨਾਂ ਦੇ ਡੈਲੀਗੇਟ ਵਿੱਚੋਂ ਵੀ 2 ਮੈਂਬਰ ਇਹੋ ਜਿਹੇ ਸੀਗੇ ਜਿਹੜੇ ਉੱਥੇ ਪੋਜ਼ਿਟਿਵ ਪਾਏ ਗਏ। ਪੂਰੀ ਦੀ ਪੂਰੀ ਜਿਹੜੀ ਟੀਮ ਸੀ ਉਹਨਾਂ ਨੂੰ ਫਿਰ ਆਈਸੋਲੇਸ਼ਨ ਤੇ ਜਾਣਾ ਪਿਆ ਸੀਗਾ। ਸਾਰੀਆਂ ਮੀਟਿੰਗਾਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਵਰਚੁਅਲ ਹੋਈਆਂ, ਫਿਰ ਉਹ ਸਿੱਧੀ ਤਰ੍ਹਾਂ ਜਾ ਕੇ ਮੀਟਿੰਗਾਂ 'ਚ ਭਾਗ ਨਹੀਂ ਲੈ ਸਕਦੇ ਸੀ। ਬਾਕੀ ਦੇਖੋ ਜੀ, ਜਿਹੜਾ ਕੈਨੇਡਾ ਦਾ ਸਿਸਟਮ ਆ ਇਹਦੀ ਪ੍ਰਸ਼ੰਸਾ ਕੀਤੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਜਿਹੜੀ ਟੈਸਟਿੰਗ ਹੈ ਨਾ ਜੀ, ਟੈਸਟਿੰਗ ਦੀ ਕੋਈ ਲਾਈਨ ਨਹੀਂ ਗੀ ਲੱਗਦੀ। ਤੁਸੀਂ ਜਸਟ ਉਹਨਾਂ ਨੂੰ ਕੰਟੈਕਟ ਕਰੋ ਤੇ ਉੱਥੇ 0 ਲਾਈਨ ਹੈਗੀ ਆ। ਤੁਸੀਂ ਜਾਓ ਤੇ ਤੁਹਾਡਾ ਮਤਲਬ 2-4 ਮਿੰਟ ਦੇ ਵਿੱਚ ਟੈਸਟ ਜਿਹੜਾ ਉਹ ਹੋ ਜਾਂਦਾ ਤੇ 72 ਘੰਟਿਆਂ ਦੇ ਅੰਦਰ ਅੰਦਰ ਉਹਦਾ ਜਿਹੜਾ ਟੈਸਟ ਦਾ ਨਤੀਜਾ ਹੈ ਉਹ ਆ ਜਾਂਦਾ ਹੈ। ਔਰ ਵੈਕਸੀਨ ਦਾ ਵੀ ਜਿਹੜਾ ਲਾਉਣ ਦਾ ਪ੍ਰਬੰਧ ਹੈਗਾ, ਸਰਕਾਰ ਜਿਹੜੀ ਆ ਉਹ ਫਿਕਰਮੰਦ ਆ ਤੇ ਜਿਹੜੇ ਲਾਉਣ ਵਾਲੇ ਕੇਂਦਰ ਹੈਗੇ ਆ ਉਹਨਾਂ ਦੇ ਵਿੱਚ ਵੀ ਕੋਈ ਵਕਤ ਨਹੀਂ ਲੱਗਦਾ। ਤੁਸੀਂ ਵੀ ਲਵਾ ਕੇ ਆਏ ਆ, ਮੈਂ ਵੀ ਲਵਾਇਆ ਸੀਗਾ। ਜਾਣਸਾਰ ਉੱਥੇ ਸੈਨੀਟਾਈਜ਼ ਕਰਨ ਦਾ ਪ੍ਰਬੰਧ ਆ, ਜਿਹੜਾ ਡਿਸਟੈਂਸ ਹੈਗਾ, ਜਿਹੜੀ ਸਰੀਰਕ ਦੂਰੀ ਆ ਉਹਦਾ ਵੀ ਪ੍ਰਬੰਧ ਹੈਗਾ। ਔਰ ਸਟਾਫ ਜਿਹੜਾ ਉਹ ਬੜਾ ਕੋਆਪਰੇਟਿਵ ਆ। ਨਾਲ ਦੀ ਨਾਲ ਉਹ ਤੁਹਾਨੂੰ ਅਗਲੀ ਤਰੀਕ ਜਿਹੜੀ ਤੁਹਾਡੀ ਸੈਕੰਡ ਡੋਜ਼ ਦੀ ਆ ਉਹ ਵੀ ਲਿਖ ਕੇ ਦੇ ਦਿੰਦੇ ਆ। ਸੋ ਇਹ ਜਿਹੜਾ ਕੈਨੇਡਾ ਸਰਕਾਰ ਦਾ ਪ੍ਰਬੰਧ ਆ ਔਰ ਜਿਹੜਾ ਉਹਨਾਂ ਦੀ ਫਿਕਰਮੰਦੀ ਆ ਕਿ ਪ੍ਰਧਾਨ ਮੰਤਰੀ ਕਹਿੰਦੇ ਆ ਵੀ ਅਸੀਂ ਮਤਲਬ ਛੇਤੀ ਤੋਂ ਛੇਤੀ ਜਿਹੜੀ ਸਾਡੀ ਵੱਧ ਤੋਂ ਵੱਧ ਪਾਪੂਲੇਸ਼ਨ ਆ ਉਹਨੂੰ ਆਪਾਂ ਵੈਕਸੀਨੇਸ਼ਨ ਦੇ ਦੇਣੀ ਆ। ਤੇ ਬਾਕੀ ਜਿਹੜੀ ਉਹਨਾਂ ਮੁਲਕਾਂ ਦੀ ਗੱਲ ਹੈਗੀ ਜੀ, ਉਹਨਾਂ 'ਚ ਤਾਂ ਮੈਂ ਤੁਹਾਨੂੰ ਦੱਸਿਆ ਵੀ ਨੈਗੇਟਿਵ ਨੂੰ ਪੋਜ਼ਿਟਿਵ ਕਰਾ ਲਓ ਤੇ ਪੋਜ਼ਿਟਿਵ ਨੂੰ ਨੈਗੇਟਿਵ ਕਰਾ ਲਓ। ਇਹ ਇੱਥੇ ਨਾ ਆਵੇ ਤਾਂ ਚੰਗੀ ਗੱਲ ਆ। ਕੋਈ ਪਤਾ ਨਹੀਂ ਵੀ ਜਿਹੜੇ ਕੁਝ ਕਮਿਊਨਿਟੀਜ਼ ਵਾਲੇ ਹੈਗੇ ਆ ਉਹ ਇੱਦਾਂ ਦੇ ਜਿੱਦਾਂ ਨਜਾਇਜ਼ ਫਾਇਦਾ ਉਹਦਾ ਉਠਾਉਂਦੇ ਹੈਗੇ ਆ। ਆਪਣੀਆਂ ਜਿਹੜੀ ਗ੍ਰਾਂਟ ਮਿਲਦੀ ਆ ਗਵਰਨਮੈਂਟ ਦੀ, ਉਹਦਾ ਵੀ ਕਿਤੇ ਇਸ ਤਰ੍ਹਾਂ ਨਾ ਹੋ ਜੇ। ਪਰ ਅਜੇ ਤੱਕ ਇਹ ਠੀਕ ਹੈ ਜੀ। ਜੀ ਆਪਾਂ ਸੁਸ਼ੀਲ ਨੂੰ ਨਾਲ ਜੋੜਨਾ ਜੀ ਬਾਦ ਸਾਹਿਬ ਤੇ ਇੱਕ ਬ੍ਰੇਕ ਲੈਣਾ ਪਏਗਾ। ਔਰ ਇਸ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਅਲਬਰਟਾ ਨੇ ਵੀ ਜਿਹੜੀ ਐਸਟਰਾਜੈਨੇਕਾ ਹੈਗੀ ਆ ਉਹਨੂੰ ਬੰਦ ਕਰ ਦਿੱਤਾ। ਕਾਫੀ ਸਾਰੇ ਉੱਥੇ ਬਲੱਡ ਕਲੌਟਿੰਗ ਦੇ ਕੇਸ ਸਾਹਮਣੇ ਆਏ ਨੇ। ਮੈਨੂੰ ਲੱਗਦਾ ਹੈ ਕਿ ਦੁਨੀਆ ਭਰ ਵਿੱਚ ਉਹਦਾ ਥੋੜਾ ਜਿਹਾ ਡਰ ਜਿਹੜਾ ਬਣਿਆ ਹੋਇਆ ਔਰ ਇੱਥੇ ਵੀ ਡਰਾਰੀ ਚੀਜ਼, ਹਾਲਾਂਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਲਵਾ ਕੇ ਕੁਝ ਹੋਰ ਜਿਹੜੇ ਵੱਡੇ ਸਾਡੇ ਹੈਗੇ ਲੀਡਰ ਉਹਨਾਂ ਨੇ ਲਵਾ ਕੇ ਲੋਕਾਂ ਨੂੰ ਉਤਸ਼ਾਹ ਦਿੱਤਾ ਸੀਗਾ ਕਿ ਕੋਈ ਫਰਕ ਨਹੀਂ ਪੈਂਦਾ, ਤੁਸੀਂ ਜਿਹੜੀ ਵੀ ਤੁਹਾਨੂੰ ਅਵੇਲੇਬਲ ਮਿਲਦੀ ਹੈ ਵੈਕਸੀਨ ਉਹ ਲਵਾ ਲਓ। ਪਰ ਹੁਣ ਫਾਈਜ਼ਰ ਜਿਹੜੀ ਆ ਉਹ ਲੋਕਾਂ ਨੂੰ ਮੇਰੇ ਖਿਆਲ ਈਜ਼ੀਲੀ ਅਵੇਲੇਬਲ ਹੈ ਤੇ ਲੋਕ ਉੱਥੇ ਜਾਣਾ ਚਾਹੁੰਦੇ ਆ। ਤੇ ਐਸਟਰਾਜੈਨੇਕਾ ਨੂੰ ਅਲਬਰਟਾ ਨੇ ਵੀ ਕਿਤੇ ਨਾ ਕਿਤੇ ਬੰਦ ਕੀਤਾ। ਪਹਿਲਾਂ ਜੌਨਸਨ ਐਂਡ ਜੌਨਸਨ ਨੂੰ ਵੀ ਕਿਹਾ ਗਿਆ ਸੀਗਾ ਕਿ ਉਹ ਜਿਹੜੀ ਆ ਉਹ ਹਰ ਇੱਕ ਨੂੰ ਫਿੱਟ ਨਹੀਂ ਬੈਠਦੀ। ਇਹ ਗੱਲ ਜਿਹੜੀ ਆ ਗਿੱਲ ਸਾਹਿਬ ਅੱਗੇ ਵੀ ਆਪਾਂ ਕੀਤੀ ਆ ਔਰ ਆਮ ਇਹਦਾ ਚਰਚਾ ਆ ਕਿ ਜਿਹੜੀ ਐਸਟਰਾਜੈਨੇਕਾ ਇਹ ਅਸਲ 'ਚ ਇੰਡੀਆ ਨੇ ਨਹੀਂ ਤਿਆਰ ਕੀਤੀ। ਇਹ ਤਾਂ ਇੰਟਰਨੈਸ਼ਨਲ ਜਿਹੜੀਆਂ ਆਕਸਫੋਰਡ ਯੂਨੀਵਰਸਿਟੀ ਲੰਡਨ ਦੀ ਉਹ ਰਿਸਰਚ ਹੈ, ਉਹਦੇ 'ਚ ਪ੍ਰੋਡਕਸ਼ਨ ਹੋ ਰਹੀ ਹੈ ਨਾ ਜੀ। ਉਹਦੇ 'ਚ ਮੈਂ ਅਗਲੀ ਗੱਲ ਇਹ ਕਰਨੀ ਚਾਹੁੰਦਾ ਕਿ ਇੰਡੀਆ ਦਾ ਰੈਪੂਟੇਸ਼ਨ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਵਕਾਰ ਹੈਗਾ ਉਹ ਇੰਨਾ ਮਾੜਾ ਆ। ਔਰ ਵਿੱਚੇ ਕਿਉਂਕਿ ਆ ਕੁਝ ਕੇਸ ਨਿਕਲ ਵੀ ਆਏ ਹੈਗੇ ਆ, ਉਹਨਾਂ ਕਰਕੇ ਵੀ ਆ। ਤੇ ਇੱਕ ਇੰਡੀਆ ਦਾ ਵਕਾਰ ਮਾੜਾ ਕਿ ਜਿਹੜੀ ਚੀਜ਼ ਇੰਡੀਆ ਥਾਣੀ ਹੋ ਕੇ ਆਈ ਆ, ਭਾਵੇਂ ਉਹ ਬਣਾਈ ਮਤਲਬ ਐਕਸਪੋਰਟ ਨਹੀਂ ਆ, ਬਈ ਇਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਯਾਨੀ ਇਹ
ਇਹ ਸਾਡੀ ਤੁਸੀਂ ਸਾਡਾ ਦੁਖਾਂਤ ਕਹਿ ਲਓ ਭਾਰਤ ਦਾ, ਕਿ ਭਾਰਤ ਦਾ ਜਿਹੜਾ ਵਕਾਰ ਹੈਗਾ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੰਨਾ ਡਿੱਗਿਆ ਹੋਇਆ ਕਿ ਜਿਹੜੀ ਇੱਕ ਵਿਗਿਆਨਕ ਢੰਗ ਨਾਲ ਤਿਆਰ ਕੀਤੀ ਗਈ ਵੈਕਸੀਨ ਆ, ਉਹਦੇ ਤੋਂ ਈਵਨ ਜਿਹੜੇ ਇੱਥੇ ਭਾਰਤ ਦੇ ਲੋਕ ਰਹਿੰਦੇ ਆ, ਭਾਰਤ ਤੋਂ ਜਿਹੜੇ ਆਏ ਆ, ਉਹ ਵੀ ਕਹਿੰਦੇ ਵੀ ਅਸੀਂ ਐਸਟ੍ਰਾਜੈਨਿਕ ਨਹੀਂ ਲਵਾਉਣੀ ਹੈਗੀ। ਸੋ ਇਸ ਕਰਕੇ ਇਹ ਮੈਂ ਸਮਝਣਾ ਬਈ ਇੱਕ ਬਦਕਿਸਮਤੀ ਆ, ਇੱਕ ਭਾਰਤ ਦੇਸ਼ ਦੇ ਉੱਤੇ ਧੱਬਾ ਆ ਕਿ ਉਹਦੀ ਪ੍ਰੋਡਕਟ ਜਿਹੜੀ ਆ ਉਹ ਭਾਵੇਂ ਆਕਸਫੋਰਡ ਨੇ ਕੀਤੀ ਹੈਗੀ ਆ, ਪਰੰਤੂ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ। ਮੇਰੀ ਇਹ ਰਾਏ ਹੈ ਜੀ ਬਿਲਕੁਲ ਕਾਲੂ ਸਾਹਿਬ। ਤੇ ਆਪਾਂ ਸੁਸ਼ੀਲ ਦਸਾਂਝ ਨਾਲ ਜੋੜਨਾ ਹੈ, ਇੱਕ ਬ੍ਰੇਕ ਛੋਟਾ ਇੱਥੇ ਲਵਾਂਗੇ। ਆਪਣੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਬਣੇ ਰਹਿਣਾ, ਅਸੀਂ ਬਹੁਤ ਜਲਦ ਵਾਪਸ ਆ ਰਹੇ ਹਾਂ ਤੇ ਨਾਲ ਦੀ ਨਾਲ ਸੁਸ਼ੀਲ ਦਸਾਂਝ ਵੀ ਸਾਡੇ ਨਾਲ ਜੁੜਨਗੇ ਤੇ ਭਾਰਤ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਸੋ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਇਹ 905 231 14 13 ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਜੀ ਬਿਲਕੁਲ 905 231